ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਹਿਤਿਕ ਸਫ਼ਰ 'ਚ। ਤੇ ਮੈਂ ਕੁਲਦੀਪ ਗਿੱਲ ਲੈ ਕੇ ਹਾਜ਼ਰ ਹਾਂ ਡੇਲ ਕਾਰਨੇਗੀ ਦੀ ਕਿਤਾਬ ਚਿੰਤਾ ਛੱਡੋ ਸੁੱਖ ਨਾਲ ਜੀਓ ਦਾ 4th ਚੈਪਟਰ ਹਾਊ ਟੂ ਡੀਲ ਵਿਦ ਸਟ੍ਰੈਸ। ਵਿਸ਼ਲੇਸ਼ਣ ਕਰਕੇ ਚਿੰਤਾ ਦਾ ਹੱਲ ਕਿੰਝ ਕਰੀਏ। ਰੁਡਿਆਰਡ ਕਿਪਲਿੰਗ ਕਹਿੰਦੇ ਹਨ ਕਿ ਮੈਂ ਹੂ, ਵੇਅਰ, ਹਾਊ, ਵਟ, ਵਾਈ ਅਤੇ ਵੈਨ ਨਾਂ ਦੇ ਯਾਨੀ ਕੌਣ, ਕਿੱਥੇ, ਕਿਵੇਂ, ਕੀ, ਕਿਉਂ ਅਤੇ ਕਦੋਂ ਨਾਂ ਦੇ 6 ਇਮਾਨਦਾਰ ਅਤੇ ਦਿਆਂਤਦਾਰ ਬੰਦੇ ਆਪਣੀ ਸੇਵਾ 'ਚ ਰੱਖੇ ਹੋਏ ਹਨ। ਜੋ ਕੁਝ ਵੀ ਮੈਂ ਜਾਣਦਾ ਹਾਂ ਉਹ ਸਭ ਇਹਨਾਂ ਨੇ ਹੀ ਮੈਨੂੰ ਸਿਖਾਇਆ ਹੈ। ਹਰ ਤਰ੍ਹਾਂ ਦੀ ਸਮੱਸਿਆ ਨੂੰ ਸੁਲਝਾਉਣ ਵਾਸਤੇ ਸਾਨੂੰ 3 ਬੇਸਿਕ ਗੱਲਾਂ ਦੀ ਨੌਲੇਜ ਲੈਣੀ ਜ਼ਰੂਰੀ ਹੈ। ਪਹਿਲੀ ਗੱਲ ਹੈ ਕਿ ਅਸੀਂ ਸਾਰੇ ਤੱਥ ਯਾਨੀ ਫੈਕਟ ਇਕੱਠੇ ਕਰੀਏ। ਦੂਸਰੀ, ਉਹਨਾਂ ਦਾ ਵਿਸ਼ਲੇਸ਼ਣ ਯਾਨੀ ਐਨਾਲਿਸਿਸ ਕਰੀਏ ਅਤੇ ਤੀਸਰੀ, ਨਤੀਜੇ 'ਤੇ ਪਹੁੰਚ ਕੇ ਉਸ 'ਤੇ ਕੰਮ ਕਰੀਏ ਯਾਨੀ ਐਕਸ਼ਨ ਲਈਏ। ਤੱਥ ਜਾਂ ਫੈਕਟ ਇਕੱਠੇ ਕਰਨੇ ਕਿਉਂ ਜ਼ਰੂਰੀ ਹਨ? ਜਦੋਂ ਤੱਕ ਸਾਡੇ ਕੋਲ ਚਿੰਤਾ ਦੇ ਕਾਰਨ ਦੀ ਜਾਣਕਾਰੀ ਹੀ ਨਹੀਂ ਹੋਵੇਗੀ, ਯਾਨੀ ਜਦੋਂ ਤੱਕ ਸਾਨੂੰ ਇਹ ਪਤਾ ਹੀ ਨਹੀਂ ਹੋਵੇਗਾ ਕਿ ਸਾਡੀ ਚਿੰਤਾ ਦਾ ਕਾਰਨ ਕੀ ਹੈ, ਤਾਂ ਅਸੀਂ ਉਸ ਦਾ ਨਿਪਟਾਰਾ ਕਿੰਝ ਕਰਾਂਗੇ। ਤੱਥਾਂ ਦੀ ਘਾਟ ਵਿੱਚ ਅਸੀਂ ਉਲਝ ਕੇ ਰਹਿ ਜਾਂਦੇ ਹਾਂ। ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਗੱਲ ਹਾਰਬਰਟ ਈ ਹੌਕਸ ਨੇ ਕਹੀ ਹੈ। ਉਹ ਕੋਲੰਬੀਆ ਯੂਨੀਵਰਸਿਟੀ ਕਾਲਜ ਦੇ ਡੀਨ ਸਨ। ਉਹਨਾਂ ਨੇ ਲਗਭਗ 22 ਸਾਲਾਂ ਤੱਕ ਉਸ ਅਹੁਦੇ 'ਤੇ ਕੰਮ ਕੀਤਾ ਸੀ ਅਤੇ ਲਗਭਗ 20,000 ਵਿਦਿਆਰਥੀਆਂ ਦੀ ਚਿੰਤਾਜਨਕ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਹੈਲਪ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਕਨਫਿਊਜ਼ਨ ਜਾਂ ਉਲਝਣ ਵੀ ਚਿੰਤਾ ਦਾ ਮੁੱਖ ਕਾਰਨ ਹੈ। ਸੰਸਾਰ ਵਿੱਚ ਅੱਧੀ ਚਿੰਤਾ ਤਾਂ ਲੋਕਾਂ ਨੂੰ ਇਸ ਲਈ ਹੁੰਦੀ ਹੈ ਕਿ ਉਹ ਬਿਨਾਂ ਕਿਸੇ ਆਧਾਰ ਦੇ ਫੈਸਲਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੋਸਤੋ, ਕਈ ਵਾਰ ਹੁੰਦਾ ਹੈ ਕਿ ਅੰਦਰ ਹੀ ਅੰਦਰ ਸਾਨੂੰ ਕੋਈ ਚਿੰਤਾ ਲੱਗੀ ਹੋਈ ਹੁੰਦੀ ਹੈ, ਪਰ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ ਕਿ ਸਾਨੂੰ ਕਿਸ ਗੱਲ ਦੀ ਚਿੰਤਾ ਹੈ, ਤਾਂ ਕਈ ਵਾਰੀ ਉਹ ਚਿੰਤਾ ਇੰਨੀ ਛੋਟੀ ਹੁੰਦੀ ਹੈ, ਇੰਨੀ ਮਾਮੂਲੀ ਹੁੰਦੀ ਹੈ ਕਿ ਉਸ 'ਤੇ ਚਿੰਤਾ ਕਰਨਾ ਬਣਦਾ ਹੀ ਨਹੀਂ ਹੁੰਦਾ। ਇਸ ਲਈ ਸਾਨੂੰ ਆਪਣੀ ਚਿੰਤਾ ਦੇ ਫੈਕਟ ਇਕੱਠੇ ਕਰਕੇ ਐਨਾਲਿਸਿਸ ਕਰਨਾ ਜ਼ਰੂਰੀ ਹੁੰਦਾ ਹੈ। ਉਦਾਹਰਨ ਵਜੋਂ ਉਹਨਾਂ ਨੇ ਦੱਸਿਆ ਕਿ ਜਿਸ ਸਮੱਸਿਆ ਦਾ ਸਾਹਮਣਾ ਮੈਂ ਮੰਗਲਵਾਰ ਦੇ 3 ਵਜੇ ਕਰਨਾ ਹੈ, ਉਸ ਬਾਰੇ ਮੈਂ ਪਹਿਲਾਂ ਕੋਈ ਫੈਸਲਾ ਨਹੀਂ ਕਰਦਾ। ਮੰਗਲਵਾਰ ਆਉਣ ਤੱਕ ਮੈਂ ਆਪਣੇ ਆਪ ਨੂੰ ਸਮੱਸਿਆ ਦੇ ਵਿਸ਼ੇ ਦੇ ਤੱਥਾਂ ਨੂੰ ਇਕੱਠੇ ਕਰਨ ਵਿੱਚ ਲਾ ਦਿੰਦਾ ਹਾਂ। ਮੈਂ ਉਸ ਬਾਰੇ ਚਿੰਤਾ ਕਰਕੇ ਦੁਖੀ ਨਹੀਂ ਹੁੰਦਾ, ਮੈਂ ਸਿਰਫ ਫੈਕਟ ਇਕੱਠੇ ਕਰਨ ਵਿੱਚ ਲੱਗ ਜਾਂਦਾ ਹਾਂ। ਉਦੋਂ ਤੱਕ ਮੰਗਲਵਾਰ ਵੀ ਆ ਜਾਂਦਾ ਹੈ ਅਤੇ ਜੋ ਸਾਰੇ ਫੈਕਟ ਮੈਂ ਇਕੱਠੇ ਕੀਤੇ ਹੁੰਦੇ ਹਨ, ਉਹਨਾਂ ਦੇ ਆਧਾਰ 'ਤੇ ਸਮੱਸਿਆ ਆਪਣੇ ਆਪ ਹੀ ਸੁਲਝ ਜਾਂਦੀ ਹੈ। ਮੈਂ ਡੀਨ ਹੌਕਸ ਨੂੰ ਪੁੱਛਿਆ ਕਿ ਤੁਸੀਂ ਚਿੰਤਾ ਤੋਂ ਬਿਲਕੁਲ ਖਹਿੜਾ ਛੁਡਾ ਲਿਆ ਹੈ? ਹਾਂ, ਉਹਨਾਂ ਨੇ ਜਵਾਬ ਵਿੱਚ ਕਿਹਾ ਸੀ। ਮੈਂ ਓਨੈਸਟਲੀ ਕਹਿ ਸਕਦਾ ਹਾਂ ਕਿ ਮੇਰਾ ਜੀਵਨ ਹੁਣ ਚਿੰਤਾ ਮੁਕਤ ਹੈ। ਮੈਂ ਦੇਖਿਆ ਹੈ ਕਿ ਕੋਈ ਵੀ ਵਿਅਕਤੀ ਜੇ ਨਿਸ਼ਕਾਮ ਅਤੇ ਵਿਹਾਰਿਕ ਨਜ਼ਰ ਨਾਲ ਤੱਥ ਸੰਗ੍ਰਹਿ ਕਰਨ ਵਿੱਚ ਲੱਗ ਜਾਵੇ, ਤਾਂ ਉਹਨਾਂ ਤੱਥਾਂ ਦੀ ਜਾਣਕਾਰੀ ਨਾਲ ਹੀ ਆਮ ਤੌਰ 'ਤੇ ਉਸ ਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਯਾਦ ਰੱਖੋ, ਤੱਥ ਜਾਂ ਫੈਕਟ ਇਕੱਠੇ ਕਰਨ ਵੇਲੇ ਭਾਵੁਕਤਾ ਤੋਂ ਕੰਮ ਨਹੀਂ ਲੈਣਾ। ਇਸ ਤਰ੍ਹਾਂ ਸੋਚੋ ਜਿਵੇਂ ਵਿਰੋਧੀ ਧਿਰ ਦਾ ਵਕੀਲ ਤੁਹਾਡੇ ਬਾਰੇ ਤੱਥ ਇਕੱਠੇ ਕਰ ਰਿਹਾ ਹੋਵੇ, ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਦੇ ਸੱਚਾਈ ਦੀ ਪਰਵਾਹ ਨਹੀਂ ਕਰਦੇ। ਸੋਚਣ ਦੇ ਝੰਜਟ ਤੋਂ ਬਚਣ ਲਈ ਕੋਈ ਵੀ ਵਿਅਕਤੀ ਸੌਖਾ ਅਤੇ ਫਟਾਫਟ ਵਾਲਾ ਉਪਾਅ ਲੱਭ ਲੈਂਦਾ ਹੈ। ਅਸੀਂ ਇਹੋ ਜਿਹੇ ਤੱਥਾਂ ਦੇ ਪਿੱਛੇ ਭੱਜਦੇ ਹਾਂ ਜਿਨ੍ਹਾਂ ਦੀ ਸਾਡਾ ਮਨ ਸਪੋਰਟ ਕਰਦਾ ਹੈ। ਦੂਜੇ ਤੱਥਾਂ ਦੀ ਅਸੀਂ ਪਰਵਾਹ ਹੀ ਨਹੀਂ ਕਰਦੇ। ਅਸੀਂ ਇਹੋ ਜਿਹੇ ਹੀ ਫੈਕਟ ਚਾਹੁੰਦੇ ਹਾਂ ਜੋ ਸਾਡੇ ਵਿਹਾਰ ਅਤੇ ਕਿੱਤਿਆਂ ਦੀ ਤਾਈਦ ਕਰਨ, ਸਾਡੀਆਂ ਇੱਛਿਤ ਕਲਪਨਾਵਾਂ ਦੇ ਅਨੁਕੂਲ ਹੋਣ ਅਤੇ ਸਾਡੇ ਪਹਿਲਾਂ ਹੀ ਨਿਸ਼ਚਿਤ ਕੀਤੇ ਵਿਚਾਰਾਂ ਦਾ ਸਮਰਥਨ ਕਰਨ। ਆਂਦਰੇ ਮੌਰਿਸ ਦਾ ਕਹਿਣਾ ਹੈ ਕਿ ਸਾਨੂੰ ਉਹੀ ਸਾਰੀਆਂ ਗੱਲਾਂ ਸੱਚੀਆਂ ਜਾਪਦੀਆਂ ਹਨ ਜੋ ਸਾਡੀਆਂ ਪਰਸਨਲ ਇੱਛਾਵਾਂ ਦੇ ਅਨੁਕੂਲ ਹੋਣ, ਪਰ ਜਿਹੜੀਆਂ ਉਹਨਾਂ ਦੇ ਉਲਟ ਹੋਣ ਉਹ ਸਾਨੂੰ ਖਿਜਾ ਦਿੰਦੀਆਂ ਹਨ। ਅਜਿਹੀ ਹਾਲਤ ਵਿੱਚ ਜੇਕਰ ਸਾਨੂੰ ਆਪਣੀਆਂ ਉਲਝਣਾਂ ਦਾ ਹੱਲ ਨਾ ਮਿਲੇ ਤਾਂ ਹੈਰਾਨੀ ਹੀ ਕੀ। ਜੇਕਰ ਅਸੀਂ ਇਹ ਮੰਨ ਕੇ ਚੱਲੀਏ ਕਿ 2 ਅਤੇ 2 5 ਹੁੰਦੇ ਹਨ, ਤਾਂ ਪੱਕਾ ਹੀ ਮੈਥਸ ਦੀ ਇੱਕ ਸਧਾਰਨ ਸਮੱਸਿਆ ਵੀ ਸਾਡੇ ਲਈ ਉਲਝ ਕੇ ਰਹਿ ਜਾਵੇਗੀ। ਇਸ ਦੁਨੀਆ ਵਿੱਚ ਅਜਿਹੇ ਲੋਕ ਵੀ ਹਨ ਜੋ 2 ਅਤੇ 2 5 ਜਾਂ 5000 ਉੱਤੇ ਅੜੇ ਰਹਿੰਦੇ ਹਨ ਅਤੇ ਆਪਣਾ ਅਤੇ ਦੂਜਿਆਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਫਿਰ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੀਆਂ ਭਾਵਨਾਵਾਂ ਨੂੰ ਵਿਚਾਰਾਂ ਨਾਲੋਂ ਅਲੱਗ ਰੱਖਣਾ ਚਾਹੀਦਾ ਹੈ ਅਤੇ ਡੀਨ ਹੌਕਸ ਦੇ ਕਥਨ ਅਨੁਸਾਰ ਆਪਣੇ ਤੱਥਾਂ ਦੀ ਖੋਜ ਨਿਸ਼ਕਾਮ ਯਾਨੀ ਸੈਲਫਲੈਸ ਅਤੇ ਵਿਹਾਰਿਕ ਪ੍ਰੈਕਟੀਕਲ ਤਰੀਕੇ ਨਾਲ ਕਰਨੀ ਚਾਹੀਦੀ ਹੈ। ਹਾਲਾਂਕਿ ਚਿੰਤਾਜਨਕ ਹਾਲਾਤਾਂ ਵਿੱਚ ਅਜਿਹਾ ਕਰਨਾ ਸੌਖਾ ਨਹੀਂ ਹੈ, ਕਿਉਂਕਿ ਉਸ ਹਾਲਤ ਵਿੱਚ ਸਾਡੇ ਮਨੋਵੇਗ ਜਾਂ ਇਮੋਸ਼ਨਸ ਬੜੇ ਤੇਜ਼ ਹੁੰਦੇ ਹਨ। ਪਰ 2 ਗੱਲਾਂ ਜ਼ਰੂਰ ਅਜਿਹੀਆਂ ਹਨ ਜੋ ਤੱਥਾਂ ਨੂੰ ਸੈਲਫਲੈਸ ਅਤੇ ਪ੍ਰੈਕਟੀਕਲ ਢੰਗ ਨਾਲ ਦੇਖਣ ਵਿੱਚ ਬੜੀ ਸਹਾਇਤਾ ਕਰਦੀਆਂ ਹਨ। ਪਹਿਲੀ ਗੱਲ ਹੈ, ਫੈਕਟ ਇਕੱਠੇ ਕਰਨ ਵੇਲੇ ਮੈਂ ਇਹ ਸੋਚ ਲੈਂਦਾ ਹਾਂ ਕਿ ਇਹ ਕੰਮ ਮੈਂ ਆਪਣੇ ਲਈ ਨਹੀਂ ਸਗੋਂ ਕਿਸੇ ਹੋਰ ਲਈ ਕਰ ਰਿਹਾ ਹਾਂ। ਇਸ ਲਈ ਮੈਨੂੰ ਸਬੂਤ ਦੇ ਪ੍ਰਤੀ ਸੈਲਫਲੈਸ ਅਤੇ ਸ਼ਾਂਤ ਦ੍ਰਿਸ਼ਟੀਕੋਣ ਅਪਣਾਉਣ ਅਤੇ ਭਾਵਨਾ ਮੁਕਤ ਹੋਣ ਦੀ ਸਹਾਇਤਾ ਮਿਲਦੀ ਹੈ। ਦੂਸਰੀ ਚੀਜ਼ ਮੈਂ ਇਹ ਕਰਦਾ ਹਾਂ
ਕਿ ਪਰੇਸ਼ਾਨ ਕਰਨ ਵਾਲੀ ਕਿਸੇ ਵੀ ਸਮੱਸਿਆ ਦੇ ਸੰਬੰਧ ਵਿੱਚ ਮੈਂ ਸੋਚ ਲੈਂਦਾ ਹਾਂ ਕਿ ਮੈਂ ਇੱਕ ਵਕੀਲ ਹਾਂ ਅਤੇ ਵਿਰੋਧੀ ਧਿਰ ਦੀ ਤਰਫੋਂ ਪੈਰਵਾਈ ਦੀ ਤਿਆਰੀ ਕਰ ਰਿਹਾ ਹਾਂ। ਮਤਲਬ ਮੈਂ ਆਪਣੇ ਵਿਰੁੱਧ ਸਾਰੇ ਤੱਥ ਇਮਾਨਦਾਰੀ ਨਾਲ ਇਕੱਠੇ ਕਰ ਲੈਂਦਾ ਹਾਂ ਅਤੇ ਉਹ ਤੱਥ ਅਜਿਹੇ ਹੁੰਦੇ ਹਨ ਜੋ ਮੇਰੀਆਂ ਇੱਛਾਵਾਂ ਦੇ ਅਨੁਕੂਲ ਨਹੀਂ ਹੁੰਦੇ ਜਾਂ ਮੇਰੇ ਫੇਵਰ ਵਿੱਚ ਨਹੀਂ ਹੁੰਦੇ ਅਤੇ ਸ਼ਾਇਦ ਜਿਨ੍ਹਾਂ ਨੂੰ ਮੈਂ ਪਸੰਦ ਨਹੀਂ ਕਰਦਾ। ਉਦੋਂ ਮੈਂ ਆਪਣੇ ਅਤੇ ਵਿਰੋਧੀ ਧਿਰ ਦੀਆਂ ਦਲੀਲਾਂ ਨੂੰ ਲਿਖ ਲੈਂਦਾ ਹਾਂ ਅਤੇ ਅਕਸਰ ਸੱਚ ਨੂੰ ਦੋਨਾਂ ਪੱਖਾਂ ਦੀਆਂ ਸੀਮਾਵਾਂ ਵਿੱਚ ਕਿਤੇ ਇੱਧਰ ਜਾਂ ਉੱਧਰ ਲੱਭ ਹੀ ਲੈਂਦਾ ਹਾਂ। ਕਹਿਣ ਦਾ ਭਾਵ ਇਹ ਹੈ ਕਿ ਬਿਨਾਂ ਤੱਥਾਂ ਦੀ ਜਾਣਕਾਰੀ ਦੇ ਨਾ ਤਾਂ ਮੈਂ ਜਾਂ ਤੁਸੀਂ, ਨਾ ਆਇਨਸਟਾਈਨ ਅਤੇ ਨਾ ਅਮਰੀਕਾ ਦਾ ਸੁਪਰੀਮ ਕੋਰਟ ਹੀ ਕਿਸੇ ਸਮੱਸਿਆ ਉੱਤੇ ਕੋਈ ਵਿਵੇਕਪੂਰਨ ਫੈਸਲਾ ਦੇ ਸਕਦਾ ਹੈ। ਟਾਮਸ ਐਡੀਸਨ ਇਸ ਗੱਲ ਨੂੰ ਜਾਣਦਾ ਸੀ ਕਿ ਇਹੀ ਕਾਰਨ ਹੈ ਕਿ ਉਸ ਦੀ ਮੌਤ ਸਮੇਂ ਉਸ ਦੀਆਂ ਸਮੱਸਿਆਵਾਂ ਦੇ ਤੱਥਾਂ ਨਾਲ ਭਰੀਆਂ 2500 ਡਾਇਰੀਆਂ ਮਿਲੀਆਂ। ਸਮੱਸਿਆਵਾਂ ਨਾਲ ਨਿਪਟਣ ਦਾ ਪਹਿਲਾ ਨਿਯਮ ਇਹ ਹੈ ਕਿ ਫੈਕਟ ਦਾ ਇਵੈਲੂਏਸ਼ਨ ਅਤੇ ਐਨਾਲਿਸਿਸ ਕਰੋ, ਉਸੇ ਤਰ੍ਹਾਂ ਹੀ ਜਿਵੇਂ ਡੀਨ ਹੌਕਸ ਨੇ ਕੀਤਾ ਸੀ। ਸਾਨੂੰ ਨਿਰਪੱਖ ਜਾਂ ਨਿਊਟਰਲ ਹੋ ਕੇ ਤੱਥਾਂ ਨੂੰ ਇਕੱਠਾ ਕਰਨ ਤੋਂ ਪਹਿਲਾਂ ਕਿਸੇ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕਦੇ ਨਹੀਂ ਕਰਨਾ ਚਾਹੀਦਾ। ਨਾਲ ਦੀ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ ਦੁਨੀਆ ਭਰ ਦੇ ਤੱਥ ਜਾਂ ਫੈਕਟ ਇਕੱਠੇ ਕਰਨ ਨਾਲ ਹੀ ਸਾਡਾ ਉਦੇਸ਼ ਪੂਰਾ ਨਹੀਂ ਹੋਵੇਗਾ। ਜਦੋਂ ਤੱਕ ਕਿ ਉਹਨਾਂ ਦਾ ਇਵੈਲੂਏਸ਼ਨ ਅਤੇ ਐਨਾਲਿਸਿਸ ਨਾ ਕਰ ਲਿਆ ਜਾਵੇ, ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਆਪਣੇ ਕੀਮਤੀ ਤਜਰਬਿਆਂ ਦੇ ਆਧਾਰ 'ਤੇ ਮੇਰਾ ਵਿਸ਼ਵਾਸ ਹੈ ਕਿ ਤੱਥਾਂ ਨੂੰ ਲਿਖ ਲੈਣ ਨਾਲ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਸੌਖਾ ਹੋ ਜਾਂਦਾ ਹੈ। ਕਾਗਜ਼ ਉੱਤੇ ਕਿਸੇ ਸਮੱਸਿਆ ਨੂੰ ਲਿਖ ਲੈਣ ਨਾਲ ਸਹੀ ਨਤੀਜੇ ਉੱਤੇ ਪਹੁੰਚਣ ਵਿੱਚ ਬੜੀ ਸੌਖ ਹੁੰਦੀ ਹੈ। ਚਾਰਲਸ ਕੇਟਰਿੰਗ ਦੇ ਅਨੁਸਾਰ ਕਿਸੇ ਵੀ ਸਮੱਸਿਆ ਦਾ ਪ੍ਰੋਪਰ ਕਲੈਰੀਫਿਕੇਸ਼ਨ ਅੱਧੀ ਸਮੱਸਿਆ ਹੱਲ ਹੋ ਜਾਣ ਦੇ ਬਰਾਬਰ ਹੁੰਦਾ ਹੈ। ਹੁਣ ਮੈਂ ਤੁਹਾਨੂੰ ਵਿਹਾਰਿਕ ਯਾਨੀ ਪ੍ਰੈਕਟੀਕਲ ਐਸਪੈਕਟ ਦੀ ਗੱਲ ਦੱਸਾਂਗਾ। ਚੀਨੀ ਲੋਕਾਂ ਦੀ ਇੱਕ ਕਹਾਵਤ ਹੈ ਕਿ ਇੱਕ ਤਸਵੀਰ ਅਤੇ 10,000 ਸ਼ਬਦ ਬਰਾਬਰ ਹੁੰਦੇ ਹਨ। ਮੰਨ ਲਓ ਮੈਂ ਜੋ ਤੁਹਾਨੂੰ ਗੱਲ ਸੁਣਾ ਰਿਹਾ ਹਾਂ ਉਸ ਦੀ ਬਜਾਏ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਵਾਂ ਇਸ ਵਿੱਚ ਇੱਕ ਵਿਅਕਤੀ ਕਿਸੇ ਰੋਲ ਨੂੰ ਪਲੇ ਕਰ ਰਿਹਾ ਹੋਵੇ ਅਤੇ ਮੈਂ ਤੁਹਾਨੂੰ ਆਪਣੀ ਸਾਰੀ ਗੱਲ ਇੱਕ ਐਨੀਮੇਸ਼ਨ ਦੇ ਥਰੂ ਦਿਖਾਵਾਂ। ਗੈਲਨ ਲਿਚਫੀਲਡ ਦਾ ਐਗਜ਼ਾਮਪਲ ਲੈਂਦੇ ਹਾਂ। ਇਸ ਬੰਦੇ ਨੂੰ ਮੈਂ ਵਰ੍ਹਿਆਂ ਤੋਂ ਜਾਣਦਾ ਹਾਂ। ਇਹ ਬੇਹੱਦ ਸਫਲ ਬਿਜ਼ਨਸਮੈਨ ਹੈ। 1942 ਵਿੱਚ ਜਦੋਂ ਜਾਪਾਨੀਆਂ ਨੇ ਚੀਨ ਉੱਤੇ ਹਮਲਾ ਕੀਤਾ ਸੀ, ਉਸ ਵੇਲੇ ਲਿਚਫੀਲਡ ਚੀਨ ਵਿੱਚ ਸੀ। ਇੱਕ ਵਾਰ ਜਦੋਂ ਉਹ ਮੇਰਾ ਮਹਿਮਾਨ ਸੀ, ਉਸਨੇ ਇਹ ਘਟਨਾ ਮੈਨੂੰ ਸੁਣਾਈ ਸੀ। ਪਰਲ ਹਾਰਬਰ 'ਤੇ ਬੰਬਬਾਰੀ ਹੋਣ ਤੋਂ ਕੁਝ ਦਿਨਾਂ ਵਿੱਚ ਹੀ ਜਾਪਾਨੀ ਲੋਕ ਸ਼ੰਘਾਈ ਆਉਣ ਲੱਗੇ। ਮੈਂ ਉਦੋਂ ਉੱਥੇ ਏਸ਼ੀਆ ਜੀਵਨ ਬੀਮਾ ਕੰਪਨੀ ਦਾ ਮੈਨੇਜਰ ਸੀ। ਇੱਕ ਜਾਪਾਨੀ ਐਡਮਿਰਲ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਆਪਣੀ ਕੰਪਨੀ ਦੀ ਸਾਰੀ ਪ੍ਰਾਪਰਟੀ ਨੂੰ ਲਿਕਵੀਡੇਟ ਕਰਨ ਵਿੱਚ ਉਹਨਾਂ ਦੇ ਭੇਜੇ ਹੋਏ ਬੰਦੇ ਦੀ ਮਦਦ ਕਰਾਂ। ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਜਾਂ ਤਾਂ ਮੈਂ ਉਸ ਨਾਲ ਕੋਆਪਰੇਟ ਕਰਦਾ ਜਾਂ ਫਿਰ ਮਰਨ ਲਈ ਤਿਆਰ ਹੋ ਜਾਂਦਾ। ਐਡਮਿਰਲ ਦੇ ਹੁਕਮ ਅਨੁਸਾਰ ਮੈਂ ਕਾਰਵਾਈ ਕਰਨ ਵਿੱਚ ਲੱਗ ਗਿਆ। ਕੀ ਕਰਦਾ? ਪਰ ਫਿਰ ਵੀ ਮੈਂ $75 ਕਰੋੜ ਕੀਮਤ ਦੀ ਪ੍ਰਾਪਰਟੀ ਉਸ ਲਿਸਟ ਵਿੱਚ ਨਾ ਪਾਈ ਜੋ ਕਿ ਸਾਡੀ ਹਾਂਗਕਾਂਗ ਆਰਗੇਨਾਈਜੇਸ਼ਨ ਦੀ ਸੀ। ਉਹਨਾਂ ਦਾ ਸ਼ੰਘਾਈ ਦੀ ਪ੍ਰਾਪਰਟੀ ਨਾਲ ਕੋਈ ਸਬੰਧ ਨਹੀਂ ਸੀ। ਫਿਰ ਵੀ ਮੈਨੂੰ ਇਸ ਗੱਲ ਦਾ ਖਤਰਾ ਸੀ ਕਿ ਜੇ ਜਾਪਾਨੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਮੇਰੀ ਖੈਰ ਨਹੀਂ। ਆਖਿਰ ਉਹੀ ਹੋਇਆ। ਜਾਪਾਨੀ ਐਡਮਿਰਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਜਿਸ ਵੇਲੇ ਉਹਨਾਂ ਨੂੰ ਪਤਾ ਲੱਗਿਆ, ਮੈਂ ਆਪਣੇ ਆਫਿਸ ਵਿੱਚ ਨਹੀਂ ਸੀ। ਮੇਰਾ ਹੈੱਡ ਅਕਾਊਂਟੈਂਟ ਉੱਥੇ ਹੀ ਸੀ। ਉਸਨੇ ਮੈਨੂੰ ਦੱਸਿਆ ਕਿ ਐਡਮਿਰਲ ਨੇ ਤਿਊੜੀਆਂ ਚੜ੍ਹਾ ਲਈਆਂ ਅਤੇ ਉਹ ਧਰਤੀ 'ਤੇ ਪੈਰ ਮਾਰ ਕੇ ਮੈਨੂੰ ਚੋਰ ਅਤੇ ਦੇਸ਼ ਧਰੋਹੀ ਕਹਿ ਰਿਹਾ ਸੀ। ਮੈਂ ਜਾਪਾਨੀ ਸੈਨਾ ਦੀ ਹੁਕਮ ਅਦੁਲੀ ਕੀਤੀ ਸੀ। ਇਸ ਦਾ ਨਤੀਜਾ ਵੀ ਮੈਂ ਜਾਣਦਾ ਸੀ ਕਿ ਮੈਨੂੰ ਬ੍ਰੀਜ਼ ਹਾਊਸ ਵਿੱਚ ਬੰਦ ਕੀਤਾ ਜਾ ਸਕਦਾ ਸੀ। ਬ੍ਰੀਜ਼ ਹਾਊਸ ਜਾਪਾਨੀ ਖੁਫੀਆ ਵਿਭਾਗ ਅਤੇ ਤਸੀਹੇ ਦੇਣ ਵਾਲਾ ਚੈਂਬਰ ਸੀ। ਮੇਰੇ ਕੁਝ ਦੋਸਤਾਂ ਨੇ ਬ੍ਰੀਜ਼ ਹਾਊਸ ਦੇ ਟਾਰਚਰ ਤੋਂ ਬਚਣ ਲਈ ਉਸ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਆਤਮ ਹੱਤਿਆ ਕਰ ਲਈ ਸੀ ਅਤੇ ਕੁਝ ਅਜਿਹੇ ਵੀ ਸਨ ਜਿਹੜੇ ਉਸ ਕੈਦ ਵਿੱਚ ਜਾਣ ਤੋਂ ਬਾਅਦ 10 ਦਿਨ ਦੀ ਇਨਕੁਆਇਰੀ ਅਤੇ ਟਾਰਚਰ ਤੋਂ ਬਾਅਦ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਸਨ ਅਤੇ ਸ਼ਾਇਦ ਹੁਣ ਮੇਰੀ ਵਾਰੀ ਸੀ। ਮੈਂ ਕੀ ਕੀਤਾ? ਐਤਵਾਰ ਨੂੰ ਮੈਂ ਇਹ ਖਬਰ ਸੁਣੀ ਸੀ। ਉਸ ਵੇਲੇ ਜੇ ਮੇਰੇ ਕੋਲ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਮੁੱਕ ਅਤੇ ਨਿਸ਼ਚਿਤ ਵਿਧੀ ਨਾ ਹੁੰਦੀ ਤਾਂ ਉਸ ਹਾਲਤ ਵਿੱਚ ਮੈਂ ਸ਼ਾਇਦ ਬੌਖਲਾ ਉੱਠਦਾ। ਮੈਂ ਵਰ੍ਹਿਆਂ ਤੋਂ ਇਸ ਵਿਧੀ ਦਾ ਪ੍ਰਯੋਗ ਕਰਦਾ ਆ ਰਿਹਾ ਹਾਂ। ਜਦੋਂ ਕਦੀ ਵੀ ਮੈਂ ਚਿੰਤਾ ਨਾਲ ਘਿਰ ਜਾਂਦਾ ਹਾਂ ਤਾਂ ਮੈਂ ਆਪਣੇ ਟਾਈਪਰਾਈਟਰ ਉੱਤੇ 2 ਪ੍ਰਸ਼ਨ ਟਾਈਪ ਕਰ ਲੈਂਦਾ ਹਾਂ। ਪਹਿਲਾ ਪ੍ਰਸ਼ਨ, ਚਿੰਤਾ ਦਾ ਕਾਰਨ ਕੀ ਹੈ? ਦੂਸਰਾ, ਮੈਂ ਕੀ ਉਪਾਅ ਕਰ ਸਕਦਾ ਹਾਂ? ਪਹਿਲਾਂ ਤਾਂ ਮੈਂ ਬਿਨਾਂ ਲਿਖੇ ਹੀ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਸੀ, ਪਰ ਹੁਣ ਮੈਂ ਕੁਝ ਸਾਲਾਂ ਤੋਂ ਅਜਿਹਾ ਕਰਨਾ ਛੱਡ ਦਿੱਤਾ ਹੈ। ਮੈਂ ਮਹਿਸੂਸ ਕੀਤਾ ਕਿ ਪ੍ਰਸ਼ਨ ਅਤੇ ਉੱਤਰ ਦੋਵੇਂ ਲਿਖ ਲਏ ਜਾਣੇ ਚਾਹੀਦੇ ਹਨ। ਇਸ ਨਾਲ ਵਿਚਾਰ ਜ਼ਿਆਦਾ ਸਪਸ਼ਟ ਹੋ ਜਾਂਦੇ ਹਨ। ਇਸ ਲਈ ਉਸ ਦਿਨ ਮੈਂ ਸਿੱਧਾ ਆਪਣੇ YMCA ਦੇ ਕਮਰੇ ਵਿੱਚ ਚਲਾ ਗਿਆ ਅਤੇ ਮੈਂ ਟਾਈਪਰਾਈਟਰ 'ਤੇ ਟਾਈਪ ਕੀਤਾ
ਕਿ ਮੈਂ ਚਿੰਤਤ ਕਿਉਂ ਹਾਂ। ਇਸ ਦੇ ਉੱਤਰ ਵਿੱਚ ਮੈਂ ਲਿਖਿਆ ਕਿ ਮੈਨੂੰ ਡਰ ਹੈ ਕਿ ਕੱਲ੍ਹ ਸਵੇਰ ਹੁੰਦੇ ਹੀ ਮੈਨੂੰ ਬ੍ਰੀਜ਼ ਹਾਊਸ ਵਿੱਚ ਧੱਕ ਦਿੱਤਾ ਜਾਵੇਗਾ। ਮੇਰਾ ਦੂਸਰਾ ਪ੍ਰਸ਼ਨ ਸੀ, ਇਸ ਦਾ ਕੀ ਸੋਲਿਊਸ਼ਨ ਹੋ ਸਕਦਾ ਹੈ। ਦੂਸਰੇ ਪ੍ਰਸ਼ਨ ਦੇ ਉੱਤਰ ਦੇ ਸੰਭਾਵਿਤ ਨਤੀਜਿਆਂ ਤੇ ਵਿਚਾਰ ਕਰਨ ਤੇ ਮੈਂ ਕਈ ਘੰਟੇ ਬਿਤਾ ਦਿੱਤੇ। ਮੈਨੂੰ 4 ਸੰਭਵ ਨਤੀਜੇ ਮਿਲੇ। ਪਹਿਲਾ, ਮੈਨੂੰ ਜਾਪਾਨੀ ਐਡਮਿਰਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਉਹ ਅੰਗਰੇਜ਼ੀ ਹੀ ਨਹੀਂ ਜਾਣਦਾ। ਕਿਸੇ ਟਰਾਂਸਲੇਟਰ ਦੇ ਜ਼ਰੀਏ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਤੇ ਹੋ ਸਕਦਾ ਹੈ ਉਹ ਭੜਕ ਉੱਠੇ ਅਤੇ ਮੇਰੇ ਪੱਲੇ ਮੌਤ ਆ ਪਵੇ। ਦੂਸਰਾ, ਮੈਂ ਭੱਜਣ ਦੀ ਕੋਸ਼ਿਸ਼ ਕਰਾਂ। ਨਹੀਂ, ਇਹ ਸੰਭਵ ਨਹੀਂ। ਰਾਤ ਦਿਨ ਉਹ ਮੇਰੇ ਤੇ ਨਿਗਰਾਨੀ ਰੱਖਦੇ ਸਨ, ਇਸ ਲਈ ਹੋ ਸਕਦਾ ਸੀ ਕਿ ਉਹ ਮੈਨੂੰ ਭੱਜਦੇ ਨੂੰ ਫੜ ਲੈਣ ਅਤੇ ਮੈਨੂੰ ਗੋਲੀ ਮਾਰ ਦੇਣ। ਤੀਸਰਾ ਸੰਭਾਵਿਤ ਨਤੀਜਾ ਸੀ, ਮੈਂ ਇਸ ਕਮਰੇ ਵਿੱਚ ਪਿਆ ਰਹਾਂ ਅਤੇ ਆਫਿਸ ਨਾ ਜਾਵਾਂ। ਫਿਰ ਵੀ ਐਡਮਿਰਲ ਮੈਨੂੰ ਅਰੈਸਟ ਕਰਨ ਲਈ ਆਪਣੇ ਸਿਪਾਹੀ ਭੇਜ ਦੇਵੇ ਅਤੇ ਬਿਨਾਂ ਦਲੀਲ ਸੁਣੇ ਹੀ ਮੈਨੂੰ ਬ੍ਰੀਜ਼ ਹਾਊਸ ਵਿੱਚ ਸੁੱਟ ਦੇਵੇ। ਅਤੇ ਚੌਥਾ ਸੀ ਕਿ ਮੈਂ ਹਰ ਰੋਜ਼ ਦੀ ਤਰ੍ਹਾਂ ਕੱਲ੍ਹ ਸਵੇਰੇ ਵੀ ਆਫਿਸ ਚਲਾ ਜਾਵਾਂ। ਹੋ ਸਕਦਾ ਰੁਝੇਵਿਆਂ ਦੇ ਕਾਰਨ ਐਡਮਿਰਲ ਨੂੰ ਮੇਰੇ ਕਾਰਨਾਮਿਆਂ ਦਾ ਖਿਆਲ ਹੀ ਨਾ ਆਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਹੁਣ ਤੱਕ ਉਹ ਸ਼ਾਂਤ ਹੋ ਗਿਆ ਹੋਵੇ ਅਤੇ ਉਹ ਮੈਨੂੰ ਪਰੇਸ਼ਾਨ ਨਾ ਵੀ ਕਰੇ। ਅਤੇ ਮੰਨ ਲਓ ਉਸਨੇ ਮੈਨੂੰ ਪਰੇਸ਼ਾਨ ਕੀਤਾ ਵੀ, ਤਾਂ ਵੀ ਉਸਨੂੰ ਸਮਝਾਉਣ ਦੇ ਲਈ ਮੌਕਾ ਤਾਂ ਹੈ। ਇਸ ਤਰ੍ਹਾਂ ਮੈਂ ਸੋਮਵਾਰ ਨੂੰ ਰੋਜ਼ ਦੀ ਤਰ੍ਹਾਂ ਨਿਡਰ ਹੋ ਕੇ, ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਦਫ਼ਤਰ ਜਾ ਕੇ ਬ੍ਰੀਜ਼ ਹਾਊਸ ਤੋਂ ਬਚਣ ਦੇ ਮੌਕੇ ਹਾਸਿਲ ਕਰ ਹੀ ਸਕਦਾ ਹਾਂ। ਜਿਵੇਂ ਹੀ ਮੈਂ ਸਾਰੀ ਸਿਚੁਏਸ਼ਨ ਤੇ ਵਿਚਾਰ ਕਰਕੇ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਆਫਿਸ ਜਾਣ ਦੇ ਇਸ ਚੌਥੇ ਰਸਤੇ ਨੂੰ ਅਪਣਾਉਣ ਦਾ ਫੈਸਲਾ ਕੀਤਾ ਤਾਂ ਮੈਨੂੰ ਬਹੁਤ ਰਾਹਤ ਮਿਲੀ। ਜਦੋਂ ਦੂਜੇ ਦਿਨ ਮੈਂ ਆਫਿਸ ਪਹੁੰਚਿਆ ਤਾਂ ਜਾਪਾਨੀ ਐਡਮਿਰਲ ਮੂੰਹ ਵਿੱਚ ਸਿਗਰਟ ਪਾਈ ਬੈਠਾ ਸੀ। ਉਸਨੇ ਰੋਜ਼ ਦੀ ਤਰ੍ਹਾਂ ਅੱਖਾਂ ਕੱਢ ਕੇ ਮੈਨੂੰ ਦੇਖਿਆ, ਪਰ ਉਹ ਬੋਲਿਆ ਕੁਝ ਨਾ। ਕੁਝ ਹਫ਼ਤਿਆਂ ਬਾਅਦ ਉਹ ਟੋਕੀਓ ਚਲਾ ਗਿਆ ਅਤੇ ਮੇਰੀ ਪਰੇਸ਼ਾਨੀ ਦਾ ਅੰਤ ਹੋ ਗਿਆ। ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਮੈਂ ਆਪਣੇ ਪ੍ਰਾਣਾਂ ਦੀ ਰੱਖਿਆ ਇਸ ਲਈ ਕਰ ਸਕਿਆ ਕਿਉਂਕਿ ਐਤਵਾਰ ਦੀ ਸ਼ਾਮ ਨੂੰ ਬੈਠ ਕੇ ਮੈਂ ਸਭ ਤਰ੍ਹਾਂ ਦੇ ਤਰੀਕਿਆਂ ਅਤੇ ਉਹਨਾਂ ਦੇ ਸੰਭਵ ਨਤੀਜਿਆਂ ਨੂੰ ਲਿਖ ਲਿਆ ਸੀ। ਇਸ ਤਰ੍ਹਾਂ ਪੇਸ਼ੈਂਸ ਨਾਲ ਮੈਂ ਅਚੂਕ ਨਤੀਜੇ ਤੇ ਪਹੁੰਚ ਸਕਿਆ। ਜੇਕਰ ਮੈਂ ਅਜਿਹਾ ਨਾ ਕਰਦਾ ਤੇ ਬੇਚੈਨ ਅਤੇ ਡਾਵਾਂਡੋਲ ਰਹਿੰਦਾ ਅਤੇ ਅੰਤ ਵਿੱਚ ਕੋਈ ਗਲਤ ਕਦਮ ਚੁੱਕ ਬੈਠਦਾ, ਜੇ ਆਪਣੀ ਸਮੱਸਿਆ ਤੇ ਵਿਚਾਰ ਕਰਕੇ ਮੈਂ ਅੰਤਿਮ ਸਹੀ ਨਤੀਜੇ ਤੇ ਨਾ ਪਹੁੰਚਿਆ ਹੁੰਦਾ, ਤਾਂ ਮੇਰੀ ਐਤਵਾਰ ਦੀ ਸਾਰੀ ਸ਼ਾਮ ਚਿੰਤਾ ਵਿੱਚ ਬੀਤਦੀ ਅਤੇ ਮੈਂ ਰਾਤ ਨੂੰ ਸੌਂ ਵੀ ਨਾ ਸਕਦਾ। ਚਿੰਤਿਤ ਅਤੇ ਪਰੇਸ਼ਾਨ ਚਿਹਰਾ ਲੈ ਕੇ ਮੈਨੂੰ ਆਫਿਸ ਜਾਣਾ ਪੈਂਦਾ ਅਤੇ ਐਡਮਿਰਲ ਦਾ ਸ਼ੱਕ ਜਗਾ ਕੇ ਮੈਂ ਉਸਨੂੰ ਕੁਝ ਕਰਨ ਲਈ ਉਕਸਾ ਬੈਠਦਾ। ਦੋਸਤੋ, ਐਕਸਪੀਰੀਅੰਸ ਨੇ ਸਮੇਂ-ਸਮੇਂ ਸਿਰ ਪ੍ਰੂਵ ਕਰਕੇ ਦਿਖਾਇਆ ਹੈ ਕਿ ਸਹੀ ਫੈਸਲੇ ਤੇ ਪਹੁੰਚ ਜਾਣ ਦਾ ਮੁੱਲ ਕਿੰਨਾ ਜ਼ਿਆਦਾ ਹੁੰਦਾ ਹੈ। ਕਿਸੇ ਨਿਸ਼ਚਿਤ ਨਿਸ਼ਾਨੇ ਤੇ ਪਹੁੰਚਣ ਦੀ ਅਸਫਲਤਾ ਅਤੇ ਪਾਗਲ ਬਣਾ ਦੇਣ ਵਾਲੀ ਉਲਝਣ ਅਤੇ ਚੱਕਰਾਂ ਤੋਂ ਆਪਣੇ ਆਪ ਨੂੰ ਰੋਕਣ ਦੀ ਅਯੋਗਤਾ ਮਨੁੱਖ ਨੂੰ ਰੋਗੀ ਬਣਾ ਦਿੰਦੀ ਹੈ। ਮੇਰਾ ਤਾਂ ਇਹ ਐਕਸਪੀਰੀਅੰਸ ਹੈ ਕਿ 50% ਚਿੰਤਾਵਾਂ ਕਲੀਅਰ ਅਤੇ ਡੈਫੀਨਿਟ ਰਿਜ਼ਲਟ ਤੇ ਪਹੁੰਚਦਿਆਂ ਹੀ ਰਫੂ ਚੱਕਰ ਹੋ ਜਾਂਦੀਆਂ ਹਨ ਅਤੇ ਬਾਕੀ 40% ਉਸ ਫੈਸਲੇ ਨੂੰ ਇੰਪਲੀਮੈਂਟ ਕਰਕੇ ਦੂਰ ਹੋ ਜਾਂਦੀਆਂ ਹਨ। ਇਸ ਪ੍ਰਕਾਰ 90% ਚਿੰਤਾਵਾਂ ਮੈਂ ਇਹਨਾਂ 4 ਤਰੀਕਿਆਂ ਨਾਲ ਦੂਰ ਕਰ ਲੈਂਦਾ ਹਾਂ। ਆਪਣੀ ਚਿੰਤਾ ਦਾ ਕਾਰਨ ਲਿਖ ਕੇ, ਉਸ ਦਾ ਹੱਲ ਲਿਖ ਕੇ, ਕੀ ਕਰਨਾ ਚਾਹੀਦਾ ਹੈ ਉਹ ਫੈਸਲਾ ਲੈ ਕੇ ਅਤੇ ਉਸ ਫੈਸਲੇ ਨੂੰ ਉਸੇ ਵੇਲੇ ਇੰਪਲੀਮੈਂਟ ਕਰਕੇ। ਗੈਲਨ ਲਿਚਫੀਲਡ ਅੱਜਕੱਲ੍ਹ ਨਿਊਯਾਰਕ ਦੀ ਤੀਸਰੀ ਜੌਨ ਸਟ੍ਰੀਟ ਪਾਰਕ ਐਂਡ ਫ੍ਰੀਮੈਨ ਇੰਸ਼ੋਰੈਂਸ ਕੰਪਨੀ ਦੇ ਡਾਇਰੈਕਟਰ ਹਨ। ਇਹ ਕੰਪਨੀ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਦੀ ਅਗਵਾਈ ਕਰਦੀ ਹੈ। ਗੈਲਨ ਲਿਚਫੀਲਡ ਅੱਜ ਏਸ਼ੀਆ ਵਿੱਚ ਫੇਮਸ ਅਮਰੀਕਨ ਬਿਜ਼ਨਸਮੈਨਾਂ ਵਿੱਚੋਂ ਇੱਕ ਹਨ ਅਤੇ ਉਹਨਾਂ ਨੇ ਆਪ ਮੰਨਿਆ ਹੈ ਕਿ ਉਹਨਾਂ ਦੀ ਸਫਲਤਾ ਦਾ ਕਾਰਨ ਉਹਨਾਂ ਦਾ ਆਪਣੀ ਚਿੰਤਾ ਦਾ ਵਿਸ਼ਲੇਸ਼ਣ ਕਰਨ ਦੀ ਵਿਧੀ ਅਤੇ ਉਸ ਨੂੰ ਡੀਲ ਕਰਨ ਦਾ ਤਰੀਕਾ ਹੈ। ਇਹ ਮੈਥਡ ਯੂਨੀਕ ਇਸ ਕਰਕੇ ਹੈ ਕਿਉਂਕਿ ਇਹ ਬੈਸਟ ਅਤੇ ਸੋਲਿਡ ਹੈ ਅਤੇ ਇਹ ਸਮੱਸਿਆ ਦੀ ਰੂਟ ਤੱਕ ਪਹੁੰਚ ਜਾਂਦਾ ਹੈ। ਜੇਕਰ ਅਸੀਂ ਇਸ ਮੈਥਡ ਨੂੰ ਅਪਲਾਈ ਕਰੀਏ ਤਾਂ ਸਾਡਾ ਫੈਕਟ ਐਨਾਲਿਸਿਸ ਸਾਡੀ ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਸਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਵਿਲੀਅਮ ਜੇਮਸ ਦਾ ਕਹਿਣਾ ਹੈ ਕਿ ਇੱਕ ਵਾਰ ਨਤੀਜੇ ਤੇ ਪਹੁੰਚ ਕੇ ਉਸ ਨੂੰ ਇੰਪਲੀਮੈਂਟ ਕਰਨ ਦੀ ਕੰਡੀਸ਼ਨ ਵਿੱਚ ਰਿਜ਼ਲਟ ਦੀ ਰਿਸਪੌਂਸਿਬਿਲਿਟੀ ਅਤੇ ਸਟ੍ਰੈਸ ਨੂੰ ਇੱਕ ਪਾਸੇ ਰੱਖ ਦਿਓ। ਉਹਨਾਂ ਦਾ ਮਤਲਬ ਹੈ ਕਿ ਇੱਕ ਵਾਰ ਕੇਅਰਫੁਲੀ ਜੁਟ ਜਾਓ ਅਤੇ ਉਸੇ ਉੱਤੇ ਪੂਰਨ ਵਿਚਾਰ ਕਰਨ ਲਈ ਰੁਕੋ ਨਾ, ਡਾਵਾਂਡੋਲ ਨਾ ਹੋਵੋ, ਚਿੰਤਾ ਨਾ ਕਰੋ ਅਤੇ ਕਦਮ ਪਿੱਛੇ ਨਾ ਰੱਖੋ। ਆਪਣੇ ਆਪ ਤੇ ਡਾਊਟ ਨਾ ਕਰੋ, ਕੌਨਫੀਡੈਂਟ ਰਹੋ। ਇੱਕ ਵਾਰ ਮੈਂ ਓਕਲਾਹੋਮਾ ਦੇ ਫੇਮਸ ਆਇਲ ਬਿਜ਼ਨਸਮੈਨ ਫਿਲਿਪ ਨੂੰ ਪੁੱਛਿਆ ਸੀ ਕਿ ਉਹ ਆਪਣੇ ਫੈਸਲੇ ਨੂੰ ਕਿਵੇਂ ਅਪਲਾਈ ਕਰਦੇ ਹਨ। ਜਵਾਬ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਮੰਨਦਾ ਹਾਂ ਕਿ ਇੱਕ ਨਿਸ਼ਚਿਤ ਸਮੇਂ ਨਾਲੋਂ ਜ਼ਿਆਦਾ ਆਪਣੀਆਂ ਸਮੱਸਿਆਵਾਂ 'ਤੇ ਸੋਚਦੇ ਰਹਿਣ ਨਾਲ ਚਿੰਤਾਵਾਂ ਅਤੇ ਉਲਝਣਾਂ ਨਿਸ਼ਚੇ ਹੀ ਸਿਰ ਚੁੱਕ ਲੈਂਦੀਆਂ ਹਨ। ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਜਦੋਂ ਬਹੁਤ ਜ਼ਿਆਦਾ ਛਾਣਬੀਣ ਅਤੇ ਸੋਚ ਵਿਚਾਰ ਹਾਨੀਕਾਰਕ ਹੁੰਦੇ ਹਨ। ਇੱਕ ਟਾਈਮ ਆਉਂਦਾ ਹੈ ਜਦੋਂ ਫਾਈਨਲ ਡਿਸੀਜ਼ਨ 'ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਤੁਸੀਂ ਹੁਣੇ ਤੋਂ ਗੈਲਨ ਲਿਚਫੀਲਡ ਦਾ ਮੈਥਡ ਆਪਣੀ ਕਿਸੇ ਇੱਕ ਥਿੰਕਿੰਗ ਪ੍ਰੋਬਲਮ 'ਤੇ ਅਪਲਾਈ ਕਰ ਲਵੋ। ਪਹਿਲਾ ਪ੍ਰਸ਼ਨ ਲਿਖੋ,
ਮੇਰੀ ਚਿੰਤਾ ਦਾ ਕਾਰਨ ਕੀ ਹੈ ਅਤੇ ਉਸ ਦਾ ਉੱਤਰ ਲਿਖ ਲਓ। ਦੂਸਰਾ ਪ੍ਰਸ਼ਨ ਲਿਖੋ, ਕੀ ਉਪਾਅ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਆਨਸਰ ਵੀ ਲਿਖ ਲਵੋ। ਤੀਸਰਾ ਪ੍ਰਸ਼ਨ ਲਿਖੋ, ਇਹ ਹੈ ਉਹ ਉਪਾਅ ਜੋ ਮੈਂ ਕਰਨ ਵਾਲਾ ਹਾਂ। ਚੌਥਾ ਪ੍ਰਸ਼ਨ ਹੈ, ਮੈਂ ਇਸ ਨੂੰ ਕਦੋਂ ਇੰਪਲੀਮੈਂਟ ਕਰਨ ਵਾਲਾ ਹਾਂ ਅਤੇ ਇਹ ਸਭ ਅਪਲਾਈ ਕਰਕੇ ਆਪਣੀ ਚਿੰਤਾ ਤੋਂ ਮੁਕਤੀ ਪਾ ਲਵੋ। ਧੰਨਵਾਦ।